Hello student, today we are discussing alkyl head. First of all, I'm discussing about alkyl. What is alkyl group? ਜਦੋਂ ਆਪਾਂ ਕੋਈ ਵੀ ਅਲਕੇਨ ਹੈ, ਅਲਕੇਨ ਦੇ ਜਿਵੇਂ ਸਿੰਪਲੈਸਟ ਐਗਜ਼ਾਮਪਲ ਮਿਥੇਨ ਲੈ ਲਈ। ਮਿਥੇਨ ਦੇ ਇੱਕ ਹਾਈਡਰੋਜਨ ਨੂੰ ਆਪਾਂ ਰਿਮੂਵ ਕਰਕੇ ਕਿਸੇ ਹੋਰ ਚੀਜ਼ ਨਾਲ ਰਿਪਲੇਸ ਕਰ ਦਾਂਗੇ ਤਾਂ ਉਹ ਜਿਹੜਾ CH3 ਪਾਰਟ ਹੋਏਗਾ ਅਲਕਾਈਲ। ਅਗਰ ਤੁਸੀਂ ਉਸ ਹਾਈਡਰੋਜਨ ਨੂੰ ਹੈਲੋਜਨ ਦੇ ਨਾਲ ਰਿਪਲੇਸ ਕਰੋਗੇ ਤਾਂ ਉਹ ਕਿਆ ਬਣ ਜਾਏਗਾ ਅਲਕਾਈਲ ਹੈਲਾਈਡ। ਇਹ ਤੇ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ, ਮੋਨੋ, ਡਾਈ, ਟਰਾਈ, ਟੈਟਰਾ, ਚਾਰ ਤਰ੍ਹਾਂ ਦੇ ਹੁੰਦੇ ਆ। ਠੀਕ ਹੈ, ਅਗਰ ਇੱਕ ਹਾਈਡਰੋਜਨ ਰਿਪਲੇਸ ਕਰੋ ਤਾਂ ਮੋਨੋ, ਅਗਰ ਦੋ ਕਰੋ ਤਾਂ ਡਾਈ, ਅਗਰ ਤਿੰਨ ਕਰੋ ਤਾਂ ਟਰਾਈ, ਅਗਰ ਚਾਰ ਕਰੋ ਤਾਂ ਟੈਟਰਾ। ਅੱਗੇ ਫਰਦਰ ਇਹ ਸਬ ਡਿਵਾਈਡ ਦੋ ਕਲਾਸਿਸ ਸਬ ਡਿਵਾਈਡਡ ਹੁੰਦੇ ਆ, ਇੱਕ ਐਲੀਫੈਟਿਕ, ਐਰੋਮੈਟਿਕ। ਠੀਕ ਹੈ, ਸੋ ਜਿਹੜੇ ਐਲੀਫੈਟਿਕ ਹੁੰਦੇ ਨੇ, ਐਲੀਫੈਟਿਕ ਦੇ ਵਿੱਚ ਅੱਗੇ ਇਹ ਤਿੰਨ ਤਰ੍ਹਾਂ ਦੇ ਵਿੱਚ ਡਿਵਾਈਡ ਹੁੰਦੇ। ਐਲੀਫੈਟਿਕ ਹਾਈਡਰੋਕਾਰਬਨਸ ਉਹ ਹਾਈਡਰੋਕਾਰਬਨਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਹਾਈਡਰੋਜਨ ਨੂੰ ਹਾਈਡਰੋਕਾਰਬਨ ਦੇ ਹਾਈਡਰੋਜਨ ਨੂੰ ਰਿਪਲੇਸ ਕਰ ਦਿੰਦੇ ਇਕੁਅਲ ਨੰਬਰ ਆਫ ਹੈਲੋਜਨਸ। ਜਿੰਨਾ ਤੁਸੀਂ ਮਤਲਬ ਅਗਰ ਤੁਸੀਂ ਇੱਕ ਹਾਈਡਰੋਜਨ ਰਿਪਲੇਸ ਕਰੋਗੇ ਤਾਂ ਇੱਕ ਹੈਲੋਜਨ ਐਡ ਕਰ ਦੇਣਾ, ਅਗਰ ਦੋ ਕਰੋਗੇ ਤਾਂ ਦੋ ਹੈਲੋਜਨ ਐਡ ਕਰ ਦੇਣੇ। ਠੀਕ ਹੈ, ਫਸਟ ਅੱਗੇ ਤਿੰਨ ਤਰ੍ਹਾਂ ਦਾ ਫਸਟ ਆਫ ਆਲ ਹੈਗਾ ਹੈਲੋ ਅਲਕੇਨ, ਜਿਹਦੇ ਵਿੱਚ ਕਿਆ ਹੁੰਦਾ ਤੁਸੀਂ ਸਿੰਪਲ ਅਲਕੇਨ ਲੈਣੇ ਆ। ਅਲਕੇਨ CH ਜਿਹਦੇ 'ਚ ਸਿੰਗਲ ਬੌਂਡ ਹੁੰਦੇ ਆ। ਠੀਕ ਹੈ, ਹੈਲੋਜਨ ਡੈਰੀਵੇਟਿਵ ਜਿਵੇਂ ਲਾਈਕ CH3 ਹੋ ਗਿਆ, CH3Cl ਹੋ ਗਿਆ, CH2Cl ਹੋ ਗਿਆ, CH3Cl3 ਹੋ ਗਿਆ, ਜਿਨ੍ਹਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਹਾਈਡਰੋਜਨ ਅਲਕੇਨ ਦੇ ਇੱਕ ਤੋਂ ਜ਼ਿਆਦਾ ਹਾਈਡਰੋਜਨ ਰਿਪਲੇਸ ਕਰਕੇ ਕਿਆ ਬਣਾਉਂਦੇ ਹੈਲੋਜਨ ਡੈਰੀਵੇਟਿਵ। ਹੁਣ ਇਹਦੇ ਵਿੱਚ ਅੱਗੇ ਅੰਡਰਗੋ ਨੰਬਰ ਆਫ ਰਿਐਕਸ਼ਨ ਵਿਚ ਯੂਜ਼ ਇਨ ਦ ਪ੍ਰੈਪਰੇਸ਼ਨ ਲਾਰਜ ਨੰਬਰ ਆਫ ਐਲੀਫੈਟਿਕ ਕੰਪਾਊਂਡ। ਹੁਣ ਅੱਗੇ ਜਿਹੜੇ ਆਪਣੇ ਕੋਲ ਹੈਲੋ ਅਲਕੇਨਸ ਬਣੇ ਆ, ਹੈਲੋ ਅਲਕੇਨ ਆ ਜਿਹੜਾ ਇਹ ਅੱਗੇ ਬਹੁਤ ਸਾਰੇ ਐਲੀਫੈਟਿਕ ਕੰਪਾਊਂਡ ਬਣਾਉਣ ਦੇ ਵਿੱਚ यूजफुल है, हेल्पफुल है। ठीक है, मोनोहाइड्रेट हैलोजन डेरिवेटिव ऑफ अल्केन आर कॉमनली नोन एज अल्काइल हाइड। ਜਿਹੜੇ ਮੋਨੋਹਾਈਡਰੋ ਯਾਨੀ ਕਿ CH3Cl ਹੈ ਜਿਹਦੇ ਵਿੱਚ ਇੱਕ ਹਾਈਡਰੋਜਨ ਰਿਪਲੇਸ ਹੁੰਦਾ ਉਹਨੂੰ ਆਪਾਂ ਕਿਆ ਕਹਿੰਦੇ ਆ ਮੋਸਟਲੀ ਅਲਕਾਈਲ ਹਲਾਈਡ। ਸੈਕੰਡ ਟਾਈਪ ਹੈਗੇ ਹੈਲੋ ਐਲਕੀਨਸ। ਹੈਲੋ ਐਲਕੀਨਸ ਦਾ ਮਤਲਬ ਜਿਹਦੇ ਵਿੱਚ ਡਬਲ ਬੌਂਡ ਹੁੰਦੇ ਨੇ। ਠੀਕ ਹੈ, ਹੈਲੋਜਨ ਡੈਰੀਵੇਟਿਵ ਆਫ ਅਲਕੀਨ। ਇਹਦੇ ਵਿੱਚ ਤੁਸੀਂ ਕਿਆ ਕਰਦੇ ਹੋ ਕਿ ਅਗਰ ਤੁਸੀਂ ਦੇਖੋ ਜਿਵੇਂ ਆਪਣੇ ਕੋਲ CH ਠੀਕ ਹੈ ਹੋਣਾ ਤਾਂ CH2 ਡਬਲ ਬੌਂਡ CH2 ਹੈ, ਇੱਕ CH2 ਨੂੰ Cl ਨਾਲ ਰਿਪਲੇਸ ਕਰਤਾ ਮੈਂ ਤਾਂ ਮੇਰੇ ਕੋਲ ਕਿਆ ਬਣ ਗਿਆ ਵਿਨਾਇਲ ਕਲੋਰਾਈਡ, ਯਾਨੀ ਕਿ ਹੈਲੋਜਨ ਇਜ਼ ਅਟੈਚਡ ਟੂ ਦ ਕਾਰਬਨ ਕੈਰਿੰਗ ਡਬਲ ਬੌਂਡ। ਜਿਹਦੇ ਵਿੱਚ ਹੈਲੋਜਨ ਉਸ ਕਾਰਬਨ ਦੇ ਨਾਲ ਹੈਲੋ ਐਲਕੀਨਸ ਉਹ ਹੋਣਗੇ ਜਿਹਦੇ ਵਿੱਚ ਜਿਹੜਾ ਹੈਲੋਜਨ ਆ ਉਸ ਕਾਰਬਨ ਅਟੈਚ ਹੋਏਗਾ ਜਿਹਦੇ ਨਾਲ ਡਬਲ ਬੌਂਡ ਲੱਗੇ, ਜਿੱਥੇ ਡਬਲ ਬੌਂਡ ਹੋਏਗਾ। ਹੈਲੋ ਐਲਕਲਾਈਨਸ ਕਿਆ ਹੁੰਦਾ ਜਿਹਦੇ ਟ੍ਰਿਪਲ ਬੌਂਡ ਹੋਣਗੇ। ਠੀਕ ਹੈ, ਸੋ ਆਪਣੇ ਕੋਲ ਅਗਰ ਆਪਾਂ ਇੱਕ ਜਿਹੜਾ ਟ੍ਰਿਪਲ ਬੌਂਡ ਦੇ ਨਾਲ ਕਾਰਬਨ ਅਗਰ ਉਹਦੇ ਹਾਈਡਰੋਜਨ ਨੂੰ ਰਿਪਲੇਸ ਕਰਕੇ ਹੈਲੋਜਨ ਲਗਾ ਦਾਂਗੇ ਤਾਂ ਕਿਆ ਬਣ ਜਾਏਗਾ ਆਪਣੇ ਕੋਲ ਹੈਲੋ ਐਲਕਾਈਨਸ। ਸੈਕਿੰਡ ਹੈਗਾ ਹੈਲੋਜਨ ਡੈਰੀਵੇਟਿਵ ਐਰੋਮੈਟਿਕ ਹਾਈਡਰੋਕਾਰਬਨ। ਮੈਂ ਤੁਹਾਨੂੰ ਪਹਿਲਾਂ ਦੋ ਤਰ੍ਹਾਂ ਦੇ ਹੁੰਦੇ ਮੇਨਲੀ, ਐਲੀਫੈਟਿਕ ਤੇ ਐਰੋਮੈਟਿਕ। ਐਲੀਫੈਟਿਕ ਪੜ੍ਹ ਲਿਆ ਆਪਾਂ, ਅਗਰ ਨੈਕਸਟ ਇਹਦੇ ਐਰੋਮੈਟਿਕ। ਥੀਸ ਆਰ ਦ ਹੈਲੋਜਨ ਡੈਰੀਵੇਟਿਵ obtained by the replacement of one or more hydrogen atom of the aromatic hydrocarbon by the halogen। ਜਿਹਦੇ ਵਿੱਚ ਐਰੋਮੈਟਿਕ ਰਿੰਗ ਦੇ ਤੁਸੀਂ ਹਾਈਡਰੋਜਨ ਨੂੰ ਰਿਪਲੇਸ ਕਰਦੇ। ਐਰੋਮੈਟਿਕ ਰਿੰਗ 'ਚ ਕਾਰਬਨਸ ਹੁੰਦੇ, ਹਾਈਡਰੋਜਨਸ ਹੁੰਦੇ ਆ। ਆਪਾਂ ਨੂੰ ਪਤਾ ਹਰ ਇੱਕ ਜਗ੍ਹਾ ਕਿਆ ਲੱਗਿਆ ਹੁੰਦਾ ਕਾਰਬਨ ਲੱਗਿਆ ਹੁੰਦਾ, ਕਾਰਬਨ ਦੇ ਨਾਲ ਕਿਆ ਹੁੰਦਾ ਇੱਕ ਹਾਈਡਰੋਜਨ ਲੱਗਿਆ ਹੁੰਦਾ। ਉਸ ਹਾਈਡਰੋਜਨ ਨੂੰ ਕੌਣ ਰਿਪਲੇਸ ਅਗਰ ਉਸ ਹਾਈਡਰੋਜਨ ਨੂੰ ਅਗਰ ਆਪਣਾ ਕੋਈ ਹੈਲੋਜਨ ਰਿਪਲੇਸ ਕਰਦੇ ਤਾਂ ਕਿਆ ਬਣ ਜਾਂਦਾ ਆਪਣੇ ਕੋਲ ਹੈਲੋ ਐਲਕੀਨਸ ਜਾਂ ਐਰੋਮੈਟਿਕ ਹੈਲੋ ਐਲਕੀਨਸ ਕਹਿ ਸਕਦੇ, ਜਿਵੇਂ ਕਿ ਕਲੋਰੋਬੈਂਜ਼ੀਨ ਹੋ ਗਿਆ, ਆਰਥੋਬ੍ਰੋਮੋਟੋਲਵਿਨ ਹੋ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਵੀ ਦੋ ਤਰ੍ਹਾਂ ਦੇ ਆਉਂਦੇ ਆ, ਨਿਊਕਲੀਅਰ ਸਬਸਟੀਟਿਊਟਡ ਡੈਰੀਵੇਟਿਵ ਔਰ ਅੱਗੇ ਆਉਂਦਾ ਸਾਈਡ ਚੇਨ ਸਬਸਟੀਟਿਊਟਡ ਡੈਰੀਵੇਟਿਵ। ਨਿਊਕਲੀਅਰ ਸਬਸਟੀਟਿਊਟਡ ਡੈਰੀਵੇਟਿਵਸ ਹੁੰਦੇ ਆ ਮਤਲਬ ਸਿੱਧਾ ਪੇਰੈਂਟ ਬੈਂਜ਼ੀਨ ਰਿੰਗ ਦੇ ਨਾਲ ਲੱਗੇ ਹੋਣਾ। ਠੀਕ ਹੈ, ਜਿਹਦੇ ਵਿੱਚ ਹੈਲੋਜਨ। ਔਰ ਸਾਈਡ ਚੇਨ ਦੇ ਵਿੱਚ ਮਤਲਬ ਕਿਆ ਹੁੰਦਾ ਕਿ ਬੈਂਜ਼ੀਨ ਤੋਂ ਪਹਿਲਾਂ ਬੈਂਜ਼ੀਨ ਦੇ ਨਾਲ ਕੋਈ ਹੋਰ ਗਰੁੱਪ ਅਟੈਚ ਹੋਏਗਾ ਉਹਦੇ ਨਾਲ ਜਿਹੜੇ ਅਟੈਚ ਹੋਣਗੇ। ਫੋਰ ਐਗਜ਼ਾਮਪਲ ਆਪਣੇ ਕੋਲ ਬੈਂਜ਼ੀਨ ਦੇ ਨਾਲ CH3 ਗਰੁੱਪ ਅਟੈਚ ਹੈ। ਟੋਲਵਿਨ ਦਾ ਇੱਕ ਹਾਈਡਰੋਜਨ ਨੂੰ ਰਿਪਲੇਸ ਕਰਤਾ ਕਲੋਰੀਨ ਨਾਲ ਤਾਂ ਕਿਆ ਬਣ ਗਿਆ ਬੈਂਜ਼ਾਈਲ ਕਲੋਰਾਈਡ। ਯਾਨੀ ਕਿ ਡਾਇਰੈਕਟ ਬੈਂਜ਼ੀਨ ਰਿੰਗ ਦੇ ਨਾਲ ਅਟੈਚ ਨਹੀਂ ਆ, ਬੈਂਜ਼ੀਨ ਰਿੰਗ ਦੇ ਨਾਲ ਜਿਹੜਾ ਅੱਗੇ ਪਾਰਟ ਅਟੈਚ ਉਹਦੇ ਨਾਲ ਸਬ ਪਾਰਟਡ ਹੈ। ਠੀਕ ਹੈ, the side chain derivative very reactive compound which is similar to the halogen derivative of alkane. On the other hand, nuclear derivative much less reactive, undergo only few substitution reaction, undergo strong condition। ਜਿਹੜੇ ਸਾਈਡ ਚੇਨ ਡੈਰੀਵੇਟਿਵਸ ਹੁੰਦੇ ਨੇ ਐਰੋਮੈਟਿਕ ਦੇ ਉਹ ਜ਼ਿਆਦਾ ਰਿਐਕਟਿਵ ਹੁੰਦੇ ਨੇ, ਬਟ ਜਿਹੜੇ ਨਿਊਕਲੀਅਰ ਵਾਲੇ ਹੁੰਦੇ ਨੇ ਉਹ ਕਿਆ ਹੁੰਦੇ ਨੇ ਘੱਟ ਰਿਐਕਟਿਵ ਹੁੰਦੇ ਨੇ। ਫਸਟ ਆਫ ਆਲ ਆਪਾਂ ਗੱਲ ਕਰਦੇ ਅਲਕਾਈਲ ਹਲਾਈਡ ਦੀ। ਠੀਕ ਹੈ, ਉਹ ਕਹਿੰਦੇ ਅਲਕਾਈਲ ਹਾਈਡ ਔਰ the mono derivative of alkanes are commonly obtained by the replacement of one halogen atom of the alkane by the halogen atoms। So they have a general formula।
आई नो पिछले सीटी की आवाज़ आ रही होंगी थानू, सॉरी फॉर दैट। सो अल्काइल डेरिवेटिव ऑफ मोनो ਜਿਹੜੇ ਅਲਕਾइल ਹਲਾਈਡਸ ਹੁੰਦੇ ਨੇ ਉਹ ਕਿਆ ਹੁੰਦੇ ਨੇ, ਉਹ are the monoderivative alkene are the compound obtained by the replacement of one hydrogen atom of the alkane by the halogen atom। ठीक है, क्या करना ਤੁਸੀਂ alkane ਦੇ ਕਿਸੇ ਇੱਕ ਹਾਈਡਰੋਜਨ ਐਟਮ ਨੂੰ ਰਿਪਲੇਸ ਕਰਕੇ ਉਹਦੇ ਨਾਲ ਹੈਲੋਜਨ ਲਗਾਉਣਾ, ਜਿਹੜਾ ਆਪਣੇ ਕੋਲ ਪ੍ਰੋਡਕਟ obtained ਹੋਏਗਾ ਉਹ ਕਿਆ ਹੋਏਗਾ ਆਪਣੇ ਕੋਲ alkyl halide। ठीक है ना, so they have general formula CnHn+1। वैसे alkane ਦਾ ਹੁੰਦਾ CnH2n+2, बट ਉਹਦਾ ਇੱਕ ਹਾਈਡਰੋਜਨ ਆਪਾਂ ਨੇ ਰਿਪਲੇਸ ਕਰ ਦੇਣਾ ਕਲੋਰੀਨ ਦੇ ਨਾਲ, ਤਾਂ ਆਪਣੇ ਕੋਲ ਉਹਦੀ ਜਗ੍ਹਾ ਕੀ ਆ ਜਾਏਗਾ CnH2n+1 ਨਾਲ ਕੀ ਆ ਜਾਏਗਾ X। ਠੀਕ ਹੈ, ਔਰ R ਹੈ, ਔਰ ਸਿੰਪਲੀ ਆਪਾਂ RX ਆ ਪੂਰਾ ਗਰੁੱਪ, ਆ ਪੂਰੇ ਨੂੰ ਆਪਾਂ ਕੀ ਲਿਖ ਸਕਦੇ ਆ R ਔਰ ਨਾਲ ਦੇ X। with X represent the halogen atom and CnH2n+1 or R stand for the alkyl group। For example, we have a simplest compound methyl chloride, ethyl bromide, isopropyl iodide, and so on। The wider sense, however, alkyl halide include the even side chain monohalogen derivative of the alkyl benzene of the cycloalkanes। ਇਸ ਤੋਂ ਇਲਾਵਾ ਇਹਨਾਂ cycloalkanes ਵੀ ਆਉਂਦੇ ਨੇ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਹਦੇ ਨਾਲ ਕਿ ਬੈਂਜ਼ੀਨ ਦੇ ਡੈਰੀਵੇਟਿਵਸ ਵੀ ਆਉਂਦੇ ਐਰੋਮੈਟਿਕ। ਠੀਕ ਹੈ, ਸੋ ਬੈਂਜ਼ਾਈਲ ਕਲੋਰਾਈਡ, ਠੀਕ ਹੈ, ਸਾਈਕਲੋਹੈਕਜ਼ਨਲ ਕਲੋਰਾਈਡ, ਦੇ ਆਲ ਆਰ ਦਾ ਐਗਜ਼ਾਮਪਲ ਆਫ ਦ alkyl halide। ਕਲਾਸੀਫਿਕੇਸ਼ਨ ਦੇਖਦੇ ਆ, ਆਪਣੇ ਕੋਲ ਤਿੰਨ ਤਰ੍ਹਾਂ ਦੇ ਹੁੰਦੇ ਨੇ alkyl halide ਡੈਰੀਵੇਟਿਵਸ। ਕਿਹੜੇ ਕਿਹੜੇ ਹੁੰਦੇ, ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ। ਪ੍ਰਾਇਮਰੀ ਚ ਕੀ ਹੋਏਗਾ, ਜਿਹਦੇ ਵਿੱਚ ਹੈਲੋਜਨ ਉਸ ਕੰਪਾਊਂਡ ਉਸ ਕਾਰਬਨ ਦੇ ਨਾਲ ਅਟੈਚ ਹੋਏਗਾ ਜਿਹਦੇ ਨਾਲ ਇੱਕ ਹੀ ਆਰ ਗਰੁੱਪ ਲੱਗਿਆ ਹੋਏਗਾ। ਠੀਕ ਹੈ, ਸੋ ਹੈਲੋਜਨ ਦੇ ਨਾਲ ਸਿਰਫ ਇੱਕ ਹੀ ਆਰ ਗਰੁੱਪ, ਇੱਕ ਹੀ ਕਾਰਬਨ ਲੱਗਿਆ। ਠੀਕ ਹੈ, ਸੈਕੰਡਰੀ ਕੀ ਹੋਏਗਾ, ਹੈਲੋਜਨ ਉਸ ਕਾਰਬਨ ਦੇ ਨਾਲ ਅਟੈਚ ਹੋ ਜਿਹਦੇ ਨਾਲ ਦੋ ਆਰ ਗਰੁੱਪ ਲੱਗੇ ਹੋਣਗੇ, ਤਾਂ ਆਹ ਕਾਰਬਨ ਸੈਕੰਡਰੀ ਕਾਰਬਨ ਦੇ ਨਾਲ ਲੱਗਿਆ ਜਿਹੜਾ ਕਲੋਰੀਨ ਹੋ ਜਾਏਗਾ ਹੈਲੋਜਨ ਹੋਏਗਾ, ਉਹ ਹੋਏਗਾ ਸੈਕੰਡਰੀ ਹੈਲੋਜਨ ਹੋ ਜਾਏਗਾ ਕਿਉਂਕਿ ਦੋ ਆਰ ਗਰੁੱਪ। ਟਰਸ਼ਰੀ ਦਾ ਮਤਲਬ ਉਸ ਕਾਰਬਨ ਦੇ ਨਾਲ ਹੈਲੋਜਨ ਅਟੈਚ ਹੋਏਗਾ ਜਿਹਦੇ ਨਾਲ ਤਿੰਨ ਅਲਕਾਈਲ ਗਰੁੱਪ ਲੱਗੇ ਹੋਣਗੇ। ਠੀਕ ਹੈ ਜੀ। So alkyl halide are amongst the most active organic compound as the alkyl halogen can be easily replaced by the nucleophilic agent। Substituting alkyl halide exhibit the property of other substituent group also। ठीक है, alkyl halide सब तो ज़्यादा reactive organic compound है क्योंकि ਇਹਦੇ ਵਿੱਚ ਜਿਹੜਾ ਆਪਣੇ ਕੋਲ ਆਹ ਵਾਲਾ ਗਰੁੱਪ ਹੈ ਨਾ ਹੈਲੋਜਨ, ਇਹ ਈਜ਼ੀਲੀ ਕਿਸੇ ਹੋਰ ਨਿਊਕਲੀਓਫਾਈਲ, ਕਿਉਂਕਿ ਇਹ ਇਲੈਕਟ੍ਰੋਨ ਰਿਚ ਹੁੰਦੇ ਨੇ, ਹੈਲੋਜਨਸ ਆਰ ਇਲੈਕਟ੍ਰੋਨ ਰਿਚ ਕੰਪਾਊਂਡ, ਤੇ ਇਹਨੂੰ ਆਪਾਂ ਰਿਪਲੇਸ ਕਰ ਸਕਦੇ ਕਿਸੇ ਨਿਊਕਲੀਓਫਾਈਲ ਦੇ ਨਾਲ ਵਿਚ ਆਰ ਆਲਸੋ ਆ ਇਲੈਕਟ੍ਰੋਨ ਰਿਚ ਕੰਪਾਊਂਡਸ। ਸੋ ਨੋਮਨਕਲੇਚਰ ਦੇਖੋ, ਕਾਮਨ ਦੋ ਤਰ੍ਹਾਂ ਦਾ ਸਿਸਟਮ ਆਏਗਾ ਜਿਵੇਂ ਆਪਾਂ ਪੜ੍ਹਦੇ ਆਏ ਹਾਂ। ਫਸਟ ਆਫ ਆਲ ਕਾਮਨ ਸਿਸਟਮ, ਸੈਕੰਡ ਇਜ਼ ਦਾ ਆਇਓਪੈਕ ਸਿਸਟਮ। ਸੋ ਕਾਮਨ ਸਿਸਟਮ ਦੇ ਵਿੱਚ ਕੀ ਹੋਏਗਾ, ਦ ਨੇਮ ਇਹਦੇ ਵਿੱਚ ਕੀ ਹੋਏਗਾ ਕਿ ਤੁਸੀਂ ਸਿੰਪਲੀ ਜਿਸ ਕੰਪਾਊਂਡ ਤੋਂ ਤੁਹਾਡਾ ਇੱਕ ਜਿਸ ਐਲਕੇਨ ਤੋਂ ਤੁਹਾਡਾ ਇੱਕ ਕੰਪਾਊਂਡ ਬਣਿਆ ਐਲਕਾਈਲ ਡੈਰੀਵੇਟਿਵ, ਉਹਦਾ ਪਹਿਲਾਂ ਸੱਪਾ ਲੈਣਾ, ਨਾਲ ਕਿਆ ਲਗਾ ਦੇਣਾ, ਅਟੈਚ ਕਰ ਦੇਣਾ ਜਿਹੜਾ ਹੈਲੋਜਨ ਲੱਗਿਆ। ਫॉर एग्जांपल ਆਪਣੇ ਕੋਲ CH3Cl ਹੈ, ਹੁਣ CH3 ਕਿੱਥੋਂ ਡਰਾਈਵ ਹੋਏਗਾ, ਮਿਥੇਨ ਤੋਂ। ਮਿਥੇਨ ਤੋਂ ਕਿਆ ਬਣਿਆ, ਮਿਥਾਈਲ। CH3 ਇਜ਼ ਮਿਥਾਈਲ। ਸੋ ਆਪਣੇ ਕੋਲ ਆ ਜਾਏਗਾ ਮਿਥਾਈਲ क्लोराइड, नाल क्या लिखा क्लोराइड, तो अपने को आएगा मिथाइल क्लोराइड। CH3 CH2 इथेन आ, इथेन तो ड्राइव एक हाइड्रोजन रिप्लेस होगा तो अल्काइल बन गया, तो केड़ा अल्काइल बनया, इथाइल, इथाइल आयोडाइड। तो अपने को आ गया सिंपली इथाइल आयोडाइड। ਹੁਣ ਆਪਾਂ ਦੇਖਦੇ ਹਾਂ ਆਇਓਪੈਕ ਸਿਸਟਮ। ਆਇਓਪੈਕ ਸਿਸਟਮ ਸਭ ਤੋਂ ਵਿੱਚ ਇੱਕ ਕਾਮਨ ਜੀ ਚੀਜ਼ ਹੁੰਦੀ ਹੈ। ਸਭ ਤੋਂ ਪਹਿਲਾਂ ਤੁਸੀਂ ਲੌਂਗੈਸਟ ਚੇਨ ਸਿਲੈਕਟ ਕਰਨੀ ਹੈ, ਠੀਕ ਹੈ, ਜਿਹਦੇ ਵਿੱਚ ਜ਼ਿਆਦਾ ਨੰਬਰ ਆਫ ਕਾਰਬਨਸ, ਉਹ ਵਾਲੀ ਚੇਨ ਸਿਲੈਕਟ ਕਰਨੀ ਜਿਹਦੇ ਵਿੱਚ ਹੈਲੋਜਨਸ ਦੇ ਨਾਲ ਜ਼ਿਆਦਾ ਨੰਬਰ ਆਫ ਕਾਰਬਨਸ ਲੱਗੇ ਹੋਣਗੇ। ਠੀਕ ਹੈ, ਲੌਂਗੈਸਟ ਚੇਨ ਸਿਲੈਕਟ ਕਰਨੀ ਹੈ ਐਂਡ ਨੰਬਰਿੰਗ ਇਸ ਤਰ੍ਹਾਂ ਕਰਨੀ ਹੈ ਕਿ ਜਿਸ ਕਾਰਬਨ ਨੇ ਹੈਲੋਜਨ ਨੂੰ ਕੈਰੀ ਕੀਤਾ ਹੋਇਆ ਉਹਨੂੰ ਲੋਐਸਟ ਤੋਂ ਲੋਐਸਟ ਨੰਬਰ ਮਿਲੇ। ਠੀਕ ਹੈ, and the name of the chlorobromoiod and the side chain along with their points attachment are added before the name of the parent alkane। ठीक है, सो देखो क्या करना है। फॉर एग्जांपल सब तो पहला जिमें CH3 है तो यह क्या हो जाएगा, क्लोरोमिथेन। ठीक है, वो कहते तुसी इहदे विच क्या करना है कि पहला तुसी लॉन्गेस्ट चेन सिलेक्ट करनी कार्बन दी, कैरिंग द हैलोजन सिलेक्ट। ठीक है, जिन्हें हैलोजन सिलेक्ट कैरी किया होवे, एल्केन कोरस्पोंडेंट चेन टेकन द पेरेंट एल्केन। जिहड़ी तुसी चेन सिलेक्ट करनी है उन्होंने अदर पेरेंट नेम दे नाल ही सिलेक्ट करना है। जिवें मेरे को देखो मैं सिलेक्ट कर लिया, आए मेरे को 1 2 3 4 5 6 7 दो लगे हुए नीचे। अगर मैं इत्थों नंबरिंग करती 1 2 3 4 आंदा, अगर मैं इत्थों करती 1 2 3 4 1 2 3 4 5, ठीक है, ये भी पॉसिबल सीगा। अगर मैं इत्थों करा 1 2 3 4 5 तो ये भी पॉसिबल है, यानी कि दो चीज़ां पॉसिबल है। ये तुसी
इस तरह भी नंबरिंग कर सकते हो, स्टेट च कर आप स्टेट च कर लेंगे क्योंकि ईजी वे है, ठीक है। अगर तुम इस तरह करते तो ये साइड चेन ये भी मिथाइल ये भी साइड चेन आए, नहीं तो इधर तो आप ले नहीं सकते। सो हुण उन्होंने कहते सैकेंडली आप नंबरिंग इस तरह करनी कि जिस कार्बन ने हैलोजन को कैरी किया होया लोएस्ट तो लोएस्ट नंबर मिले। अगर मैं इत्थों स्टार्ट कर दी 1 2 3 4 फोर्थ नंबर आता है, अगर मैं लैफ्ट हैंड साइड तो स्टार्ट करा 1 2 3 एंड 4 एंड 5 तो सैकेंड नंबर आता, ठीक है। हुण वो कहते कि जी सब तो लॉन्गेस्ट चेन सिलेक्ट की उन्होंने पेरेंट नेम के नाल ही तुसीं मैंशन करना। तो कितने नंबर ऑफ कार्बन 1 2 3 4 5 यानी कि क्या हो गया पेंटेन। तुसीं अल्काइल नहीं लिखना, उन्होंने एल्केन ही लिखना है, ठीक है। यानी कि अगर CH3Cl आ तो तुसीं उन्होंने मिथेन लिखना, CH3 मिथाइल नहीं लिखना। इस तरह इन्होंने प्रोपाइल तो पेंटाइल नहीं लिखना, इन्होंने पेंटेन ही लिखना। सो जी आप चेन सिलेक्ट की उन्होंने पेरेंट नेम के नाल ही याद करना है, लिखना है, ठीक है। सो अपने किहड़ी सिलेक्ट की सब तो एंड च आना है, वो पेरेंट जो अपने को चेन सिलेक्ट किया नाम सब तो एंड च आना। तो किहड़ी चेन सिलेक्ट की अपने नंबर ऑफ 5 है तो अपने को पेंटेन आ गया, ठीक है। स्टेट चेन इज नंबर फ्रॉम द एंड विच गिव द स्मॉलेस्ट नंबर टू द कार्बन कैरिंग हैलोजन, ये मैं तुहानूं दसता, ठीक है। उस तो इलावा थर्ड पॉइंट कहते नंबर ऑफ द हैलोजन क्लोरो ब्रोमो आइडो है ना, कि जेडे हाइड्रोजन लगे आ, ठीक है। क्लोरो लग्या, ब्रोमो लग्या, हैलोजन लग्या या आइडो लग्या, नेम ऑफ द हैलोजन एंड द साइड चेन अलॉन्ग विद द पॉइंट। और जो उन्होंने साइड चेन्स लगियां हुई हूँ ये तो साइड चेन लगी हुई, 2 साइड चेन लगी हुई आर अटैचमेंट आर एडिड बिफोर द नेम ऑफ द पेरेंट अल्केन। जो तुम चेन सिलेक्ट की है वो तो पहला लिखनी है। सो सैकेंड पोजीशन से किहड़ा अपने को क्लोरो, हम देखो डी है जो सी है डी तो पहला आता तो आप पहला क्या लिखूंगे सी लिखूंगे 2 क्लोरो। थर्ड और फोर्थ पोजीशन से क्या लगा मिथाइल, तो दोनों सेम ग्रुप आ। थर्ड 3 4 डाई मिथाइल पेंटेन, ठीक है। फॉर एग्जाम्पल एक होर एग्जाम्पल दे CH3Cl कॉमन नेम मिथाइल क्लोराइड तो आयोपैक्स क्या होएगा, मैं तुहानूं दस्सिया कि CH3 है तो मिथाइल बनता पर इन्हूं आपां आयोपैक्स दे पेरेंट नेम दे नाल ही मैंशन करना। सो क्या आएगा ਜਿਹੜੇ ਉਹਦੇ ਨਾਲ ਚੇਨ ਲੱਗੀਆਂ ਹੋਈਆਂ ਨੇ, ਹੁਣ ਦੇਖੋ ਕਾਮਨ ਤੇ ਆਇਓਪੈਕ ਚ ਕਿਆ ਫਰਕ ਆ। ਜਿਹੜਾ ਤੁਸੀਂ ਉਹਦੇ ਨਾਲ ਹੈਲੋਜਨ ਲੱਗਿਆ ਕਾਮਨ ਤੁਸੀਂ ਬਾਅਦ ਚੋਂ ਲਿਖਦੇ ਹੋ, ਪਰ ਆਇਓਪੈਕ ਚ ਤੁਸੀਂ ਉਹ ਪਹਿਲਾਂ ਲਿਖਣਾ। ਕਾਮਨ ਦੇ ਵਿੱਚ ਤੁਸੀਂ ਉਹਦਾ ਅਲਕਾਈਲ ਗਰੁੱਪ ਦੇ ਨਾਮ ਲਿਖਦੇ ਹੋ, ਬਟ ਆਇਓਪੈਕ ਸਿਸਟਮ ਚ ਉਹਦੇ ਪੇਰੈਂਟ ਚੇਨ ਹੀ ਲਿਖਣੀ ਹੈ ਹਾਈਡਰੋਕਾਰਬਨ ਜਦੋਂ ਡਰਾਈਵ ਹੋਇਆ। ਸੋ ਕਾਮਨ ਨੇਮ ਮਿਥਾइल क्लोराइड और आयोपैक नेम क्लोरोमिथेन। इसी तरह इथाइल ब्रोमाइड नाल क्या आ जाएगा ब्रोमो इथेन एंड प्रोपाइल आयोडाइड तो 1 आइडोप्रोपेन। आइसोप्रोपाइल आयोडाइड 2 आइडोप्रोपेन 1 ब्रोमो ब्यूटेन एंड सो ऑन। सो उस तो बाद अगे आते स्ट्रक्चरल आइसोमेरिज्म ऑफ अल्काइल। किहड़े स्ट्रक्चरल आइसोमेरिज्म का मतलब है मॉलिक्यूलर फार्मूला सेम रहता, स्ट्रक्चर च डिफरेंस आता थोड़ा जा, ठीक है। यानी कि उन्होंने मॉलिक्यूलर फार्मूला सेम रहेगा बट जी उन्होंने स्ट्रक्चर जिथे अटैचमेंट होंगी है कोई साइड चेन है उन्होंने डिफरेंस आएगा। सो 2 तरह के आइसोमेरिज्म शो करते हैं, चेन आइसोमेरिज्म एंड पोजीशन आइसोमेरिज्म। चेन आइसोमेरिज्म का मतलब अल्काइल लाइट कंटेनिंग 4 और मोर कार्बन नेम एटम कैन एग्जिबिट चेन आइसोमेरिज्म। फॉर एग्जाम्पल वो कहते जी अल्काइल लाइट के 4 या 4 तो ज़्यादा कार्बन होंगे ने वो सिर्फ चेन आइसोमेरिज्म शो करते, नंबर ऑफ कार्बन 1 2 3 वाले नहीं शो करते, 4 या 4 तो ज़्यादा वाले शो करने। फॉर एग्जाम्पल 2 चेन ऑफ आइसो हुण आपां गल करते हैं क्लोरोब्यूटेन दी या फिर ब्यूटाइल क्लोराइड दी। CH4H9Cl का मतलब क्या है, या तो क्लोरोब्यूटेन हो गया या फिर ब्यूटाइल क्लोराइड हो गया। सो वो कहते अब तुम एक तो लिख सकते हो N क्लोरो 1 क्लोरोब्यूटेन या N ब्यूटाइल क्लोराइड देना, ठीक है। दूसरा क्या होगा 1 क्लोरो 2 मिथाइल प्रोपाइल, ठीक है। यानी कि हम देखो मॉलिक्यूलर फार्मूला C4H9Cl ही रहा, सिर्फ डिफरेंस कितने आ गया उनके चेंज, एक ब्यूटेन नाल बनाते एक बनाती प्रोपेन दे नाल बन गई। एक नंबर ऑफ कार्बन 4 है, एक कितने रह गए सॉरी 3 रह गए। सिर्फ जो चौथा सीगा वो किस तरह ऐड हो गया एज अ सबस्टिट्यूएंट साइड चेन की तरह। चेन आइसोमेरिज्म आ गया यानी कि चेन के विच फर्क आ गया। दूसरी गल होंदी है पोजीशन आइसोमेरिज्म। वो कहते अल्काइल लाइट हैविंग 3 और हुण जिहड़े अल्काइल लाइट जिहड़े अल्काइल लाइट दे विच 3 या 3 तो ज़्यादा नंबर ऑफ कार्बनस होणगे वो किहड़े आइसोमेरिज्म शो करनगे पोजीशन आइसोमेरिज्म। यानी कि जिहड़ा 4th तो लैके जिन्ने भी आइसोमेरिज्म होणगे वो चेन आइसोमेरिज्म भी शो करनगे और पोजीशन आइसोमेरिज्म भी शो करनगे। सिर्फ जिहड़ा प्रोपेन वाला है होएगा अल्काइल लाइट जिहड़े 3 नंबर ऑफ कार्बनस होणगे वो ही सिर्फ पोजीशन आइसोमेरिज्म शो करेगा। सो ऐसे क्या आएगा फॉर एग्जाम्पल वी हैव एग्जाम्पल ऑफ आइडोप्रोपेन या फिर प्रोपाइल आयोडाइड,
ठीक है, CH3 CH2 CH2 Cl. So we have n propyl iodide या 1 iodopropane. सेकंडली ठीक है, ਹੁਣ क्या ਕੀਤਾ, ਸਿਰਫ ਆਇਓਡੀਨ ਦੀ ਪੋਜੀਸ਼ਨ ਚੇਂਜ ਕਰਨੀ। ਪੋਜੀਸ਼ਨ ਆਈਸੋਮਰ ਦਾ ਮਤਲਬ ਹੁੰਦਾ ਜਿਹੜਾ ਤੁਹਾਡੇ ਫੰਕਸ਼ਨਲ ਗਰੁੱਪ ਲੱਗੇ ਹੋਣ ਉਹਦੀ ਪੋਜੀਸ਼ਨ ਤੁਸੀਂ ਚੇਂਜ ਕਰ ਦੇਣਾ। ਸੋ ਫਸਟ ਆਫ ਆਲ ਆਪਣੇ ਕੋਲ 1 iodopropane ਆਏਗਾ, ਸੈਕੰਡ ਆਪਣੇ ਕੋਲ ਕਿਆ ਆ ਜਾਏਗਾ 2 iodopropane। ਇਨ ਜਨਰਲ ਟੋਟਲ ਨੰਬਰ ਆਫ ਸਟਰਕਚਰ ਆइसोमेरिज्म ऑफ alkyl halide is 2 the raised to power n-2 where n is the number of the carbon atom. Thus there are 4 isomerism having the molecular formula C4H9Cl and 8 isomerism having the molecular formula C5H11Br. For example मैं ਦੱਸਦੀ ਹਾਂ, ਦੇਖੋ ਜੀ ਮੈਂ ਸਿੰਪਲ ਕੀਤਾ। ਉਹ ਕਹਿੰਦੇ ਅਗਰ ਤੁਸੀਂ ਫਾਈਂਡ ਆਊਟ ਕਰਨਾ ਕਿੰਨੇ ਸਟਰਕਚਰ ਆइसोमेरिज्म ਬਣ ਸਕਦੇ ਅਲਕਾਈਲ ਦਾ, ਤਾਂ ਫਾਰਮੂਲਾ ਹੈਗਾ 2 raised to power n-2 where n is the number of carbon. For example we have अपने को 2 3 अगर अपने को 3 नंबर ऑफ कार्बन है -2 तो अपने को कितना 2 raised to power 1 एंड दैट इज 2 दो बन सकते, तो उन्होंने 2 आइसोमर बनाते हैं। ठीक है, हुण अगर अपने को बिटेन की गल करदी 2 raised to power 4 नंबर ऑफ कार्बन 4 होंगे -2 तो कितना आ गया 2 raised to power 2 दैट इज इक्वल टू 4। तो 1 2 3 और 4 दोनों 2 चेन आइसोमेरिज्म होंगे, 2 क्या होंगे पोजीशन आइसोमेरिज्म शो करने। ठीक है जी, उस तो गल करते हैं मैथड ऑफ प्रिपरेशन की। ਹੁਣ ਬਹੁਤ ਸਾਰੇ ਮੈਥਡ ਆ ਜਿਨ੍ਹਾਂ ਤੁਸੀਂ ਹੈਲੋ ਅਲਕੇਨ ਨੂੰ ਪ੍ਰਪੇਅਰ ਕਰ ਸਕਦੇ ਹੋ, ਪਰ ਆਪਾਂ ਇੰਪੋਰਟੈਂਟ ਮੈਥਡਸ ਡਿਸਕਸ ਕਰਾਂਗੇ। ਫਸਟ ਆਫ ਆਲ ਫਰਮ alcohol. Hello alkanes are generally prepared by the replacement of hydroxy group of the alcohol by the halogen. This can be done by using the halogenating reagents such as discussed below. ਉਹ ਕਹਿੰਦੇ क्या ਹੁੰਦਾ alcohol ਦਾ ਫਾਰਮੂਲਾ ਕਹਿੰਦਾ ROH। ਉਹਦਾ OH ਪਾਰਟ ਨੂੰ ਤੁਸੀਂ ਅਗਰ ਕਿਸੇ ਹੈਲੋਜਨ ਦੇ ਨਾਲ ਰਿਪਲੇਸ ਕਰ ਦਿਓ, ਆਪਣੇ ਕੋਲ ਵੈਸੇ ਅਲਕਾਈਲ ਹਾਈਡ ਦਾ ਫਾਰਮੂਲਾ RX ਹੁੰਦਾ, ਅਗਰ ਤੁਸੀਂ OH ਨੂੰ X ਦੇ ਨਾਲ ਰਿਪਲੇਸ ਕਰ ਦਿਓ ਆਪਣੇ ਕੋਲ ਕਿਆ ਬਣ ਜਾਏਗਾ RX। ਔਰ ਉਹ ਹੁੰਦਾ ਕਿਹਦੀ ਪ੍ਰੈਜ਼ੈਂਸ ਦੇ ਵਿੱਚ, ਹੈਲੋਜਨੇਟਿੰਗ ਏਜੰਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀ ਹੈ ਰਿਪਲੇਸਮੈਂਟ। ਫਸਟ ਆਫ ਆਲ ਮੈਥਡ ਹੈਗਾ ਐਕਸ਼ਨ ਆਫ ਹਾਈਡਰੋਜਨ ਹੈਲਾਈਡ। ਅਗਰ ਤੁਸੀਂ ਅਲਕੋਹਲ ਨੂੰ ਕਿਸੇ ਹਾਈਡਰੋਜਨ ਹੈਲਾਈਡ ਦੇ ਨਾਲ ਯਾਨੀ ਕਿ HCl HBr ਹੋ ਸਕਦਾ ਕੋਈ ਵੀ, ਅਗਰ ਉਹਦੇ ਨਾਲ ਰਿਐਕਟ ਕਰੋਗੇ ਤਾਂ ਆਪਣੇ ਕੋਲ ਆ ਜਾਏਗਾ ਹੈਲੋ ਅਲਕੇਨ, ਵਾਟਰ ਮੋਲੀਕੂਲ ਕਿਆ ਹੋ ਜਾਣਗੇ ਰਿਮੂਵ ਹੋ ਜਾਣਗੇ। Primary and the secondary alkyl chloride are obtained by passing HCl gas into the corresponding alcohol in the presence of anhydrous zinc chloride, that is Groves process. For example, ਇਹ ਤੁਸੀਂ ਨੇਮਿੰਗ ਰਿਐਕਸ਼ਨ ਹੈ ਇਹ ਵੀ ਯਾਦ ਰੱਖਣੀ ਹੈ Groves process। ਉਹ ਕਹਿੰਦੇ ਪ੍ਰਾਇਮਰੀ ਤੇ ਸੈਕੰਡਰੀ ਅਗਰ ਤੁਸੀਂ ਅਲਕਾਈਲ ਕਲੋਰਾਈਡ ਬਣਾਉਣਾ ਹੈ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ, ਅਲਕੋਹਲ ਲੈਣੀ ਹੈ। ਠੀਕ ਹੈ, ਅਲਕੋਹਲ ਨੂੰ HCl ਦੇ ਨਾਲ ਰਿਐਕਟ ਕਰਨਾ ਇਨ ਦਾ ਪ੍ਰੈਜ਼ੈਂਸ ਆਫ ਐਨਹਾਈਡਰਸ ਜ਼ਿੰਕ ਕਲੋਰਾਈਡ। ਐਨਹਾਈਡਰਸ ਦਾ ਮਤਲਬ ਜਿਹੜਾ ਲੈਕ ਆਫ ਵਾਟਰ, ਕਿਉਂਕਿ ਜ਼ਿੰਕ ਕਲੋਰਾਈਡ ਜਦੋਂ ਤੁਸੀਂ ਮੋਇਸਚਰ 'ਚ ਰੱਖਦੇ ਹੋ ਤਾਂ ਬਹੁਤ ਛੇਤੀ ਉਹ ਮੋਇਸਚਰ ਨੂੰ ਅਬਜ਼ੌਰਬ ਕਰਦਾ ਹੈ, ਤਾਂ ਲਿਕੁਇਡ ਫਾਰਮ 'ਚ ਕਨਵਰਟ ਹੋ ਜਾਂਦਾ। ਇਸ ਕਰਕੇ ਐਨਹਾਈਡਰਸ ਲੈਣਾ ਤਾਂ ਕਿ ਉਹ ਮੋਇਸਚਰ ਨੂੰ ਅਬਜ਼ੌਰਬ ਨਾ ਕਰ ਪਾਏ। ਸੋ ਇਥਨ ਆਪਾਂ ਅਲਕੋਹਲ ਲੱਤੀ ਉਹਨੇ HCl ਨਾਲ ਰਿਐਕਟ ਕੀਤਾ ਇਨ ਦਾ ਪ੍ਰੈਜ਼ੈਂਸ ਆਫ ਐਨਹਾਈਡਰਸ ਜ਼ਿੰਕ ਕਲੋਰਾਈਡ, ਵੀ ਕੈਨ ਗੈਟ ਅ ਕਲੋਰੋਇਥੇਨ। ਅਨਦਰ ਐਗਜ਼ਾਮਪਲ 2-propanol ਨੂੰ ਅਗਰ ਤੁਸੀਂ ਸਿਮਿਲਰ ਵੇ ਅਗਰ ਆਪਾਂ ਅਲਕੋਹਲ ਲਿੱਤੀ, ਠੀਕ ਹੈ, ਹੁਣ ਤੁਸੀਂ ਤੁਹਾਨੂੰ ਡਿਪੈਂਡ ਕਰਦਾ ਤੁਸੀਂ ਪ੍ਰਾਇਮਰੀ ਬਣਾ ਰਹੇ ਹੋ ਸੈਕੰਡਰੀ। ਅਗਰ ਪ੍ਰਾਇਮਰੀ ਬਣਾ ਲਿਓ ਤਾਂ ਇਥੇਨੋਲ ਨਾਲ ਬਣ ਜਾਏਗੀ। ਅਗਰ ਸੈਕੰਡਰੀ ਬਣਾ ਰਹੇ ਹੋ ਤਾਂ ਤੁਹਾਨੂੰ ਐਵੇਂ ਦਾ ਕੋਈ ਏਜੰਟ ਲੈਣਾ ਪੈਣਾ ਜਿਹਦੇ ਵਿੱਚ ਜਿਹੜੀ ਅਲਕੋਹਲ ਆ ਉਹ ਵੀ ਪ੍ਰਾਇਮਰੀ ਸੈਕੰਡਰੀ ਹੋਵੇ। ਸੋ ਇੱਥੇ ਆਪਣੇ ਕੋਲ ਅਲਕੋਹਲ ਕਿਹੜੀ ਪਾਰਟ 'ਚ, ਸੈਕੰਡਰੀ ਪਾਰਟ, ਕਿਉਂਕਿ 2 ਅਲਕਾਈਲ ਗਰੁੱਪ ਨਾਲ ਲੱਗੇ ਨੇ ਉਸ ਕਾਰਬਨ ਦੇ ਨਾਲ, ਕਿਹਦੇ ਨਾਲ, ਜਿਹਨੇ OH ਗਰੁੱਪ ਨੂੰ ਕੈਰੀ ਕੀਤਾ, ਉਹਨਾਂ 2 R ਗਰੁੱਪ ਲੱਗੇ ਹੋਏ ਨੇ। ਸੋ ਜਦੋਂ ਤੁਸੀਂ ਪ੍ਰਾਇਮਰੀ ਅਲਕੋਹਲ ਸੈਕੰਡਰੀ ਅਲਕੋਹਲ ਨੂੰ HCl ਨਾਲ ਰਿਐਕਟ ਕਰਨ ਦਾ ਪ੍ਰੈਜ਼ੈਂਸ ਆਫ ਜ਼ਿੰਕ ਕਲੋਰਾਈਡ ਆਪਣੇ ਕੋਲ ਬਚ ਜਾਏਗਾ 2-chloro-propane। ਪ੍ਰਾਇਮਰੀ ਵੀ ਬਣ ਗਿਆ ਐਂਡ ਸੈਕੰਡਰੀ ਬਣ ਗਿਆ। ਉਹ ਕਹਿੰਦੇ ਟਰਸ਼ਰੀ ਕਲੋਰਾਈਡ ਹੈ ਉਹ ਕਿਵੇਂ ਰਿਐਕਟ ਕਰਨਾ, ਤੁਸੀਂ ਟਰਸ਼ਰੀ ਅਲਕੋਹਲ ਲੈਣੀ ਹੈ, ਉਹਨੂੰ ਕੰਸਨਟਰੇਟਡ HCl ਦੇ ਨਾਲ ਰਿਐਕਟ ਕਰਨਾ ਹੈ। ਇਹ ਤੁਸੀਂ ਗੈਸ ਨਾਲ ਕਰਨਾ ਸੀਗਾ, ਪ੍ਰਾਇਮਰੀ ਤੇ ਸੈਕੰਡਰੀ ਨਾਲ ਤੁਸੀਂ ਬਣਾਉਣਾ, ਤੁਸੀਂ ਗੈਸ ਨਾਲ ਕਰਨਾ ਸੀਗਾ, ਗੈਸ ਵਾਲੇ HCl ਦੇ ਨਾਲ ਗੈਸਿਕ ਫਾਰਮ ਦੇ ਵਿੱਚ। ਬਟ ਜਿਹੜਾ ਤੁਸੀਂ ਟਰਸ਼ਰੀ ਅਲਕਾਈਲ ਕਲੋਰਾਈਡ ਬਣਾਉਣਾ ਤਾਂ ਤੁਸੀਂ ਕਹਿ ਲੈਣਾ ਟਰਸ਼ਰੀ ਅਲਕੋਹਲ ਲੈਣੀ ਹੈ, ਉਹਨੂੰ ਕੰਸਨਟਰੇਟਡ HCl ਦੇ ਨਾਲ ਰਿਐਕਟ ਕਰਨਾ ਹੈ in the absence of zinc chloride। ਇੱਥੇ zinc chloride ਦੀ ਲੋੜ ਨਹੀਂ ਹੈ ਤੁਹਾਨੂੰ, ਆ ਤੁਹਾਡੇ ਕੋਲ ਆ ਜਾਏਗਾ ਟਰਸ਼ਰੀ ਅਲਕਾਈਲ ਹੈਲਾਈਡ। alkyl bromide alkyl iodide can be obtained by heating alcohol with the excess of constant boiling HBr or HI। for example अगर तुम alkyl bromide या iodide बनाने तो उन्होंने corresponding acid HBr या हाइड्रोजन आयोडाइड ले लो। HBr 48% लेना है, H ਜਿਹੜਾ ਆਪਣੇ ਕੋਲ HI 57% लेना ਤੁਸੀਂ। ਹੁਣ ਦੇਖੋ ਉਹ ਕਿਤੇ ਹੁਣ ਜਿਹੜੇ ਆਪਣੇ ਕੋਲ ਆ ਹੈਲੋਜਨਸ ਜਿਨ੍ਹਾਂ ਦੇ ਤੁਸੀਂ ਆਪਾਂ ਬਣਾ ਰਹੇ ਹਾਂ, ਠੀਕ ਹੈ, ਅਲਕਾਈਲ ਹਾਈਡ। ਉਹ ਕਹਿੰਦੇ ਇਨ ਅਬਵ ਰਿਐਕਸ਼ਨ ਦਾ ਆਰਡਰ ਆਫ ਰਿਐਕਟੀਵਿਟੀ ਆਫ ਹੈਲੋਜਨ ਟੂਵਰਡ ਦਾ ਅਲਕੋਹਲ ਸਭ ਤੋਂ ਜ਼ਿਆਦਾ ਕਿਹੜਾ ਰਿਐਕਟਿਵ ਹੈ HI, ਫਿਰ HBr, ਦੈਨ ਫਿਰ ਕਿਹੜਾ HCl। ਦਿਸ ਇਜ਼ ਬਿਕੋਜ਼ ਦ ਰਿਐਕਸ਼ਨ ਇਨਵੋਲਵ ਦ ਨਿਊਕਲੀਓਫਿਲਿਕ ਅਟੈਕ ਆਫ ਦ ਅਲਕਾਈਲ ਹਾਈਡ ਔਨ ਦ
alcohol. Since the order of nucleophilicity of halide ion are ਉਹ ਕਹਿੰਦੇ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਨਿਊਕਲੀਓਫਿਲਿਕ ਰਿਐਕਸ਼ਨਸ ਹੁੰਦੇ ਅਟੈਕ ਹੁੰਦਾ ਕਿਉਂਕਿ ਦੇਖੋ ਤੁਸੀਂ OH ਗਰੁੱਪ ਨੂੰ ਹਟਾ ਕੇ OH ਗਰੁੱਪ ਤਾਂ ਇੱਕ ਕਿਆ ਹੈ ਇਲੈਕਟ੍ਰੋਨਿਕ ਸਪੀਸ਼ੀਜ਼ ਆ ਠੀਕ ਹੈ ਉਹਨੂੰ ਹਟਾ ਕੇ ਇੱਕ ਹੋਰ ਇਲੈਕਟ੍ਰੋਨਿਕ ਸਪੀਸ਼ੀਜ਼ ਨੂੰ ਲਾਣਾ ਦੈਟ ਇਜ਼ ਨਿਊਕਲੀਓਫਾਈਲ ਠੀਕ ਹੈ ਤਾਂ ਨਿਊਕਲੀਓਫਿਲਿਕ ਅਟੈਕ ਹੁੰਦਾ ਹਲਾਈਡ ਆਇਨ ਔਨ ਦਾ ਅਲਕੋਹਲ ਆਫ ਅਲਕਾਈਲ ਹਲਾਈਡ ਨਿਊਕਲੀਓਫਿਲਿਕ ਅਟੈਕ ਹੁੰਦਾ ਅਲਕੋਹਲ ਦੇ ਉੱਪਰ ਉਹਦੇ ਦੀ ਇਨ ਆਰਡਰ ਜਿਹੜੀ ਨਿਊਕਲੀਓਫਿਲਿਸਿਟੀ ਹੁੰਦੀ ਹੈ ਹਲਾਈਡ ਆਇਨ ਸਭ ਤੋਂ ਜ਼ਿਆਦਾ ਖਿੱਚ ਹੁੰਦੀ ਹੈ ਆਇਓਡੀਨ ਫਿਰ ਬ੍ਰੋਮੀਨ ਫਿਰ ਕਲੋਰੀਨ the reactivity of halogen halide following the corresponding order that is HI HBr HCl ਹੁਣ order of reactivity of alcohol क्या tertiary ਸਭ ਤੋਂ ਜ਼ਿਆਦਾ reactive ਹੋਏਗਾ then secondary then primary ਕਿਉਂ ਹੋਏਗਾ ਕਿਉਂਕਿ tertiary ਦੇ ਵਿੱਚ ਕੀ ਹੋਏਗਾ ਜ਼ਿਆਦਾ ਨੰਬਰ ਆਫ ਹਾਈਡਰੋਜਨਸ ਹੁੰਦੇ ਨੇ ਅਟੈਕ ਕਰਨ ਦੇ ਲਈ ਠੀਕ ਹੈ ਉਸ ਤੋਂ ਸੈਕੰਡ ਮੈਥਡ ਦੇਖੋ ਐਕਸ਼ਨ ਆਫ ਫਾਸਫੋਰਸ ਹਲਾਈਡ ਅਗਰ ਤੁਸੀਂ 3 ਮੋਲੀਕਿਊਲਸ ਲਓਗੇ ਅਲਕੋਹਲ ਦੇ ਉਹਨੂੰ ਫਾਸਫੋਰਸ ਟ੍ਰਾਈ ਹਲਾਈਡ ਦੇ ਨਾਲ ਰਿਐਕਟ ਕਰੋਗੇ ਆਪਣੇ ਕੋਲ ਕੀ ਆ ਜਾਏਗਾ 3 ਮੋਲੀਕਿਊਲਸ ਆਫ ਅਲਕਾਈਲ ਹਲਾਈਡ ਔਰ phosphorus acid क्या हो जाएगा रिमूव हो जाएगा alkyl chloride produce between the action of जो ਤੁਸੀਂ alkyl bromide alkyl chloride ਬਣਾਉਣਾ ਤੁਸੀਂ ਕੀ ਲੈਣਾ alcohol ਲੈਣੀ ਆ ਜਾਂ ਤੁਸੀਂ यूज ਕਰ ਸਕਦੇ ਹੋ potassium trichloride ਜਾਂ potassium pentachloride अगर ਤੁਸੀਂ potassium pentachloride यूज ਕਰ ਰਹੇ ਤੁਹਾਡੇ ਕੋਲ 1 chloropropane ਬਣ ਜਾਏਗਾ POCl3 NaCl ਰਿਮੂਵ ਹੋ ਜਾਏਗਾ ਅਗਰ ਆਪਾਂ ਤੁਸੀਂ phosphorus trichloride यूज ਲੈ ਰਹੇ ਹੋ यूज ਕਰ ਰਹੇ ਹੋ ਤੁਹਾਡੇ ਕੋਲ ਕੀ ਬਣ ਜਾਏਗਾ ਇਹ ਪੜਾ 2 chloropropane ਹੁਣ ਕਹਿੰਦੇ ਅਗਰ ਤੁਸੀਂ alkyl bromide ਔਰ iodide ਬਣਾਉਣਾ ਜਿਹੜਾ HBr ਹੈ HI3 ਆ ਇਹ required for the reaction not stable compound they generally produce in situ by the reaction of red phosphorus and bromine and iodine ਠੀਕ ਹੈ ਇਹ ਬਹੁਤ ਕੰਪਲੈਕਸ ਹੈ ਫਾਰਮ ਉਹ ਬਣਾ ਲੈਂਦਾ ਕੰਪਾਊਂਡ ਨਾਲ ਇਸ ਕਰਕੇ ਇਹ ਜ਼ਿਆਦਾ ਸਟੇਬਲ ਨਹੀਂ ਹੈ ਥਰਡ ਹੈਗਾ ਐਕਸ਼ਨ ਆਫ ਥਾਇਨਲ ਕਲੋਰਾਈਡ ਅਲਕੋਹਲ ਥਾਇਨਲ ਕਲੋਰਾਈਡ ਦਾ ਫਾਰਮੂਲਾ SOCl2 ਹੁੰਦਾ ਸੋ ਤੁਸੀਂ ROH ਨੂੰ ਥਾਇਨਲ ਕਲੋਰਾਈਡ ਨਾਲ ਰਿਐਕਟ ਕਰੋਗੇ ਤਾਂ ਪ੍ਰੈਜ਼ੈਂਸ ਆਫ ਪਿਰਾਡੀਨ ਤਾਂ ਆਪਣੇ ਕੋਲ ਰਿਐਕਸ਼ਨ ਫਾਰਮੇਸ਼ਨ ਹੋ ਜਾਏਗੀ RCl ਅਲਕਾਈਲ ਕਲੋਰਾਈਡ ਦੀ SO2 ਰਿਮੂਵ ਹੋ ਜਾਏਗਾ ਔਰ HCl क्या हो जाएगा अपना रिमूव उसके बाद second method most important method is addition of halogen halide to the alkene we all know that Markovnik's rules and anti-Markovnik's rules we all I think ਤੁਸੀਂ plus 2 ਚ ਪੜਿਆ 10th ਚ ਪੜਦੇ ਆਪਾਂ Markovnik's and anti-Markovnik's rule ਮੇਬੀ ਤੁਹਾਨੂੰ ਕੁਝ ਨੂੰ ਯਾਦ ਹੋਵੇ ਪਰ ਕੁਝ ਨੂੰ ਨਾ ਯਾਦ ਹੋਵੇ ਪਰ ਆਪਾਂ ਅੱਜ ਦੇਖ ਲੈਂਦੇ ਆ so addition of halogen halide to the alkene yields the alkyl halide ਠੀਕ ਹੈ ਤੁਸੀਂ ਕਹਿੰਦਾ ਐਲਕੀਨਸ ਲੈਣਾ ਡਬਲ ਬੌਂਡ ਲੈਣੇ ਆ ਮੈਰਕਾਨੀਕ ਰੂਲ ਦਾ ਸਭ ਤੋਂ ਫਰਸਟ ਰੂਲ ਹੈਗਾ ਕਿ ਆਪਣੇ ਕੋਲ ਜਿਹੜਾ ਅਗਰ ਤੁਸੀਂ ਰਿਐਕਸ਼ਨ ਦੇਣੀ ਹੈ ਹੈਲੋਜਨ ਹੈਲਾਈਡਸ ਦੀ ਤਾਂ ਕਿਹਦੇ ਨਾਲ ਦੇਣੀ ਆ ਡਬਲ ਬੌਂਡ ਦੇਣਾ ਫਰਸਟ ਹੈਗਾ ਤੁਹਾਡੇ ਕੋਲ ਹੈਲੋਜਨ ਹੈਲਾਈਡਸ ਹੋਣੇ ਚਾਹੀਦੇ ਆ ਹੈਲੋਜਨ ਹੈਲਾਈਡਸ ਮਤਲਬ HCl HBr ਦੇ ਆਲ ਆ ਠੀਕ ਹੈ ਸੈਕੰਡਲੀ ਐਲਕੀਨ ਲੈਣਾ ਫਰਸਟ ਕੰਡੀਸ਼ਨ ਇਹ ਆ ਸੈਕੰਡ ਕੰਡੀਸ਼ਨ ਐਲਕੀਨ ਦੀ ਆ ਡਬਲ ਬੌਂਡ ਹੋਣਾ ਚਾਹੀਦਾ ਡਬਲ ਬੌਂਡ ਦੇ ਕ੍ਰਾਸ ਹੁੰਦੀ ਹੈ ਠੀਕ ਹੈ we have ethene hydrogen iodide add ਕੀਤਾ ਆਪਣੇ ਕੋਲ iodoethene ਬਣ ਗਿਆ we have a propene HCl add ਕੀਤਾ 2 chloropropene ਬਣ ਗਿਆ it may be recalled that in the case of unsymmetrical alkene the above additional reactions take place according to Markovnik's rule ਅਗਰ ਆਪਣੇ ਕੋਲ symmetrical ਹੋਵੇ ਠੀਕ ਹੈ ਸਿੰਗਲ ਬੌਂਡ ਡਬਲ ਬੌਂਡ ਸਿੰਗਲ ਬੌਂਡ ਲਾਈਕ ਦਿਸ ਹੋਵੇ ਸਿਮੈਟ੍ਰੀਕਲ ਹੋਵੇ ਯਾਨੀ ਕਿ ਸਿਮੈਟਰੀ ਚ ਹੋਣ ਠੀਕ ਹੈ ਅਗਰ ਆਪਣੇ ਕੋਲ ਸਿਮੈਟਰੀ ਹੋਵੇ ਤਾਂ ਆਪਾਂ ਜਿੱਥੇ ਆਪਾਂ ਸਿੰਪਲੀ ਐਡ ਕਰ ਦਿੰਦੇ ਆ ਠੀਕ ਹੈ ਜਿੱਥੇ ਡਬਲ ਬੌਂਡ ਹੈ ਆਪਾਂ ਨਹੀਂ ਦੇਖਦੇ ਕਿੱਧਰ ਕਿਹੜਾ ਲਾਣਾ ਕਿੱਥੇ ਕਿਹੜਾ ਲਾਣਾ ਜਿੱਥੇ ਆਪਾਂ ਨੂੰ ਸੁਟੇਬਲ ਬੰਦਾ ਅਗਰ ਸੈਕੰਡਰੀ ਜ਼ਿਆਦਾ ਸਟੇਬਲ ਆ ਤਾਂ ਆਪਾਂ ਸੈਕੰਡਰੀ ਬਣਾ ਦਿੰਦੇ ਅਗਰ ਟਰਸ਼ਰੀ ਬਣਦਾ ਤਾਂ ਆਪਾਂ ਟਰਸ਼ਰੀ ਬਣਾਉਂਦੇ ਬਟ ਅਗਰ ਆਪਣੇ ਕੋਲ ਅਨਸਿਮੈਟ੍ਰੀਕਲ ਹੋਣ ਇਹ ਸਿਮੈਟ੍ਰੀਕਲ ਹੈ ਸੀ ਇਥੀਨ ਵਾਲਾ ਬਟ ਇਹ ਅਨਸਿਮੈਟ੍ਰੀਕਲ ਹੈ ਇਹ ਸਿੰਗਲ ਬੌਂਡ ਸਿਰਫ ਡਬਲ ਬੌਂਡ ਹੈ ਦੋਨੋਂ ਠੀਕ ਹੈ ਸੋ ਅਗਰ ਆਪਣੇ ਕੋਲ ਉਹ ਕਹਿੰਦੇ ਅਗਰ ਤੁਹਾਡੇ ਇਨ ਦ ਕੇਸ ਆਫ ਅਨਸਿਮੈਟ੍ਰੀਕਲ ਐਲਕੀਨ ਤਾਂ ਆਪਾਂ ਮਾਰਕੋਨਿਕ ਰੂਲ ਨੂੰ ਫੋਲੋ ਕਰਦੇ ਹਾਂ so according to Markovnik's rule the addition across the unsymmetrical double bond take place the positive part of the addendum that is molecule to be added goes to the carbon which atom with the greater number of hydrogen atom so according to Markovnik's rule ਉਹ ਕਹਿੰਦੇ ਅਗਰ ਤੁਸੀਂ double bond ਦੇ across we have like this ਠੀਕ ਹੈ ਹੁਣ ਮੈਂ ਉਹਦੇ ਵਿੱਚ HCl ਐਡ ਕਰਨਾ ਹੈ ਉਹ ਕਹਿੰਦੇ ਅਕੋਰਡਿੰਗ ਟੂ ਡਬਲ ਮਾਰਕੋਨਿਕ ਰੂਲ ਦਾ ਐਡੀਸ਼ਨ ਅਕ੍ਰੋਸ ਦਾ ਅਨਸਿਮੈਟ੍ਰੀਕਲ ਡਬਲ ਬੌਂਡ ਇਹਦੇ ਅਕ੍ਰੋਸ ਜਿਹੜੀ ਐਡੀਸ਼ਨ ਹੋਣੀ ਆ ਜੋ ਇੱਕ ਗੱਲ ਯਾਦ ਰੱਖਣੀ ਜੇ ਤੁਸੀਂ ਹੈਲੋਜਨ ਹੈਲਾਈਡ ਦੇ ਅਲਕੀਨ ਦੇ ਵਿੱਚ ਅਲਕੀਨ ਦੇ ਨਾਲ ਐਡੀਸ਼ਨ ਕਰਵਾਉਣੀ ਹੈ ਤੇ ਕੱਲ ਉਹ ਤੋਂ ਅਲਕਾਈਲ ਹੈਲਾਈਡ ਬਣਾਉਣੇ ਆ ਤਾਂ ਹਮੇਸ਼ਾ ਡਬਲ ਬੌਂਡ ਦੇ ਅਕ੍ਰੋਸ ਐਡੀਸ਼ਨ ਹੋਣੀ ਹੈ ਸਿੰਗਲ ਬੌਂਡ ਦੇ ਅਕ੍ਰੋਸ ਐਡੀਸ਼ਨ ਨਹੀਂ ਹੋਣੀ ਉਹ ਕਹਿੰਦੇ ਜੇ ਤੁਸੀਂ ਡਬਲ ਬੌਂਡ ਦੇ ਅਕ੍ਰੋਸ ਐਡੀਸ਼ਨ ਕਰਨੀ ਆ ਅਨਸਿਮੈਟ੍ਰੀਕਲ ਡਬਲ ਬੌਂਡ ਦੇ ਅਕ੍ਰੋਸ ਐਡੀਸ਼ਨ ਕਰਨੀ ਆ ਤਾਂ ਜਿਹੜਾ ਪੋਜ਼ਿਟਿਵ ਪਾਰਟ ਹੋਏਗਾ
ठीक है ਜਿਹੜਾ ਤੁਸੀਂ ਕੰਪਾਊਂਡ ਐਡ ਕਰ ਰਹੇ ਹੁਣ ਇਹ ਕੰਪਾਊਂਡ ਐਡ ਕਰ ਰਹੇ ਇਹਦਾ ਪੋਜ਼ਿਟਿਵ ਪਾਰਟ ਹਾਈਡਰੋਜਨ ਨੈਗੇਟਿਵ ਪਾਰਟ ਕਿਹੜਾ ਹੋਏਗਾ ਕਲੋਰੀਨ ਸੋ ਉਹ ਕਹਿੰਦੇ ਜਿਹੜਾ ਪੋਜ਼ਿਟਿਵ ਪਾਰਟ ਹੋਏਗਾ molecule to be added ठीक है the positive part of the addendum molecule to be added goes to the carbon atom with a greater number of hydrogen atom किदे कोल जाएगा positive part उस carbon दे कोल जिदे कोल ज़्यादा number of hydrogens ने for example we have two compounds CH2 so ज़्यादा number of hydrogen किदे कोल ए वाले compound को CH2 कोल तो hydrogen किदे कोल जाएगा CH2 कोल और chlorine किदे कोल जाएगा CH कोल अपने को formation हो जाएगी किदी CH3 CHBr सिंगल बॉन्ड CH3 ठीक है जी दूसरी गल हुण ये तो हो गया मार्कोनी रूल कि मार्कोनी रूल्स क्या होगा डबल बॉन्ड दे क्रॉस अनसिमेट्रिकल डबल बॉन्ड दे क्रॉस जो तुसी एडिशन करनी है तो डबल बॉन्ड किदे कोल जाएगा सॉरी पॉजिटिव पार्ट किदे कोल जाएगा उस कार्बन दे कोल जाएगा डबल बॉन्ड दे क्रॉस जिदे कोल ज़्यादा नंबर ऑफ हाइड्रोजन यानी कि H प्रोटॉन किदे कोल जाएगा जिदे कोल ज़्यादा नंबर ऑफ हाइड्रोजन और क्लोरीन किदे कोल जाएगा हैलोजन दे कोल लेसर नंबर ऑफ हाइड्रोजन हुण सैकेंड गल आंदी है एंटी मार्कोनी रूल दी मीन्स पेरोक्साइड इफेक्ट और खारिश इफेक्ट ठीक है सो इट शुड बी रिमेंबर हाउ द मार्कोनी रूल इज नॉट ऑलवेज एप्लीकेबल मार्कोनी रूल हमेशा एप्लीकेबल नहीं हुंदा ठीक है इन द प्रेजेंस ऑफ ऑर्गेनिक पेरोक्साइड द एडिशन ऑफ HBr नॉट HC और HI सिर्फ इहदे विच क्या होएगा जेड़ा एंटी मार्कोनी कहंदे जेड़े एंटी मार्कोनी रूल दे विच क्या होगा तुसीं HBr दी एडिशन करनी है वो HCl HI ਦੇ ਲਈ ਐਪਲੀਕੇਬਲ ਨਹੀਂ ਹੈ ਜਦੋਂ ਤੁਸੀਂ HBr ਦੀ ਐਡੀਸ਼ਨ ਕਰਨੀ ਹੈ ਜਿਹੜੀ HBr ਦੀ ਐਡੀਸ਼ਨ ਹੋਣੀ ਕਿਹਦੀ ਪ੍ਰੈਜ਼ੈਂਸ ਹੋਣੀ ਹੈ ਪੈਰੋਕਸਾਈਡ ਦੀ ਆਰਗੈਨਿਕ ਪੈਰੋਕਸਾਈਡ ਫਸਟ ਕੰਡੀਸ਼ਨ ਹੈਗੀ ਆਰਗੈਨਿਕ ਪੈਰੋਕਸਾਈਡ ਚਾਹੀਦਾ ਆਪਾਂ ਨੂੰ ਸੈਕਿੰਡ HBr ਦੀ ਹੋਣੀ ਹੈ ਠੀਕ ਹੈ ਜੀ ਠੀਕ ਹੈ ਟੂ ਐਲਕੀਨ ਡਸ ਨਾਟ ਫੋਲੋ ਦਾ ਸੈਡ ਰੂਲ ਤਾਂ ਜਦੋਂ HBr ਐਡੀਸ਼ਨ ਕਰਨੀ ਹੈ ਤਾਂ ਇਹ ਰੂਲ ਫੋਲੋ ਨਹੀਂ ਹੁੰਦਾ ਉਹਦੇ ਲਈ ਆਪਾਂ ਨੂੰ ਐਂਟੀ ਮਾਰਕੋਨੀ ਐਡੀਸ਼ਨ ਦੇਣੀ ਪੈਣੀ ਵਿਚ ਇਜ਼ ਨੋਨ ਐਜ਼ ਪੈਰੋਕਸਾਈਡ ਇਫੈਕਟ ਹੁਣ ਦੇਖੋ ਉਹਦੇ ਵਿੱਚ ਕੀ ਹੋਏਗਾ रिवर्स हो जाएगा कि जेड़ा पॉजिटिव पार्ट होएगा उस कार्बन को जाएगा जिदे कोल क्या है लेसर नंबर ऑफ हाइड्रोजन और क्लोरीन किदे को जाएगा सॉरी ब्रोमीन किदे नेगेटिव पार्ट किदे को जाएगा जिदे को ज्यादा नंबर ऑफ हाइड्रोजन होंगे बट ये होनी इन द प्रेजेंस ऑफ पेरोक्साइड है ठीक है सो वी हैव एग्जांपल अगर एब्सेंस ऑफ पेरोक्साइड दा मतलब मार्कोनी रूल तो देखो हुन एदे विच H+B है H पॉजिटिव B है नेगेटिव मार्कोनी विच H किदे को जाएगा CH2 को Br किदे को जाएगा CH code. So we have CH3, CHBr, CH3. That is according to Markov rule. But in the case of anti-Markov rule, अपने को H किधे को जाएगा CH कोड और Br किधे को जाएगा CH2 कोड. So CH3, CH2, CH2, Br किधे प्रेजेंस हो रहा है पेरोक्साइड. होप ਤੁਹਾਨੂੰ ਇਹ ਸਮਝ ਆਇਆ ਹੋਵੇਗਾ. नेक्स्ट है हेलोजिनेशन ऑफ अल्केन्स डायरैक्ट हेलोजिनेशन ऑफ अल्केन अंडर द इन्फ्लुएंस ऑफ लाइट तो तुम मिथेन अल्केन लेनी है उसकी हेलोजिनेशन करनी यानी कि हेलोजन ऐड करना इन द प्रेजेंस ऑफ लाइट HB का मतलब क्या होता लाइट इतने HB आ गया दैट मीनस लाइट अगर यह सिंबल आता है दैट मीनस हीट सो लाइट की प्रेजेंस होनी साडे कोल ऑटोमैटिकली क्या बन जाएगा एल्काइल लाइट ये सारी प्रोसैस किहड़े मैकेनिज्म के थ्रू होंगे फ्री रेडिकल मैकेनिज्म के थ्रू होंगे जिहदे विच बॉन्ड टुटदा एक इलैक्ट्रॉन एक एटम को दूसरा इलैक्ट्रॉन दूसरे एटम को फ्री रेडिकल बन जाते हैं. इस मैथड ने तुसी मोनो डाई ट्राई टैट्रा सारे बना सकते हो ठीक है. सो आगे हैगा फ्रैंकनस्टीन रिएक्शन बाय द हैलाइड एक्सचेंज क्या करना तुसी कोई भी हैलो अल्केन लेना ठीक है ਉਹਦੇ ਸੋਡੀਅਮ ਦੇ ਨਾਲ ਸੋਡੀਅਮ ਆਇਓਡਾਈਡ ਦੇ ਨਾਲ ਰਿਐਕਸ਼ਨ ਦੇ ਦੇਣੀ ਠੀਕ ਹੈ. ਆਪਾਂ ਨੇ ਬ੍ਰੋਮੋਈਥੇਨ ਤੁਹਾਨੂੰ ਸੋਡੀਅਮ ਆਇਓਡਾਈਡ ਨਾਲ ਰਿਐਕਸ਼ਨ ਦੀ ਇਨ ਦ ਪ੍ਰੈਜ਼ੈਂਸ ਆਫ ਐਸੀਟੋਨ ਆਪਣੇ ਕੋਲ ਜਿਹੜਾ ਬ੍ਰੋਮੋਈਥੇਨ ਉਹ ਕਾਹ ਚ ਕਨਵਰਟ ਹੋ ਜਾਏਗਾ ਆਇਓਡੋਇਥੇਨ ਦੇ ਵਿੱਚ ਤੇ NaBr ਕਿਆ ਹੋ ਜਾਏਗਾ ਰਿਮੂਵ ਯਾਨੀ ਕਿ ਇੱਕ ਤੋਂ ਆਪਾਂ ਨੇ ਕਿਆ ਬਣਾ ਲਿਆ ਦੂਸਰਾ. ਬੋਰੋਡੀਨ ਹੰਸਟਿਕਰ ਰਿਐਕਸ਼ਨ ਹੁਣ ਆਪਾਂ ਗੱਲ ਕਰਦੇ ਹੰਸਟਿਕਰ ਰਿਐਕਸ਼ਨ ਇਹ ਚ ਕੀ ਹੁੰਦਾ ਤੁਸੀਂ कार्बोक्सिलिक साल्ट लेंदे हो सिल्वर साल्ट ऑफ कार्बोक्सिलिक एसिड लेंदे हो RCOH होंदा अपने कोल RCOAG है ਉਹਦੀ ब्रोमिनेशन कर दें प्रेजेंस ऑफ कार्बन टेट्राक्लोराइड अपने कोल RBr आंदा CO2 आ जांदा और AgBr आ जांदा ठीक है. सिल्वर प्रोपिनेट ले लिया ब्रोमिनेशन करवाई इन द प्रेजेंस ऑफ CCl4 अपने कोल आ गया ब्रोमोइथेन कार्बन डाइऑक्साइड रिमूव हो गया और AgBr क्या हो गया रिमूव हो गया. दैट इज कॉल्ड बोरोडिन हंसटिकर रिएक्शन. उस तो गल करते हैं फिजिकल स्टेट की जो लोअर अल्केन्स होंगे ये सीगे मैथड ऑफ प्रिपरेशन तक. हुण गल करते हैं फिजिकल प्रॉपर्टीज की. फर्स्ट ऑफ ऑल फिजिकल स्टेट
ਜਿਹੜੇ low alkane ਹੁੰਦੇ like methyl chloride, methyl bromide, ethyl chloride are colorless gases. They are the colorless gases. Methyl iodide and the majority of higher alkane are colorless, unpleasant smell liquid. Member with the higher molecular weight are solid. ਜਿਹੜੇ ਮਿਥਾਈਲ ਕਲੋਰਾਈਡ ਹੁੰਦੇ ਆ, ਮਿਥਾਈਲ ਬ੍ਰੋਮਾਈਡ, ਮਿਥਾਈਲ ਕਲੋਰਾਈਡ ਆਰ ਗੈਸਿਸ ਹੁੰਦੇ ਆ, ਮਿਥਾਈਲ ਆਇਓਡਾਈਡ ਔਰ ਥੋੜੇ ਹਾਇਰ ਵਾਲੇ ਥੋੜੇ ਜਿਹੇ ਹਾਇਰ ਵਾਲੇ ਉਹ ਲਿਕੁਇਡ ਹੁੰਦੇ ਆ ਵਿਦ ਅਨਪ੍ਰੀਜ਼ੈਂਟ ਦੀ ਸਮੈਲ। ਜਿਹੜੇ ਬਹੁਤ ਜ਼ਿਆਦਾ ਜਿਹਨਾਂ 'ਚ ਬਹੁਤ ਜ਼ਿਆਦਾ ਨੰਬਰ ਆਫ ਕਾਰਬਨਸ ਲੱਗੇ ਹੁੰਦੇ ਨੇ, ਜਿਹੜੇ ਹਾਈ ਜਿਹਦੇ ਵੈਰੀ ਹਾਈ ਮੋਲੀਕੂਲਰ ਵੇਟ ਕਿਆ ਹੁੰਦੇ ਨੇ, ਸੋਲਿਡ ਹੁੰਦੇ ਨੇ। ਬੋਇਲਿੰਗ ਪੁਆਇੰਟ ਇਨ ਜਨਰਲ ਅਲਕਾਈਲ ਲਾਈਟ ਦਾ ਹਾਈ ਬੋਇਲਿੰਗ ਪੁਆਇੰਟ ਹੁੰਦਾ ਕੋਰਸਪੋਂਡਿੰਗ ਹਾਈਡਰੋਕਾਰਬਨ ਦੇ ਕੰਪੈਰੀਜ਼ਨ। ਕਿਉਂ? ਦਿਸ ਇਜ਼ ਡਿਊ ਟੂ ਫੈਕਟ ਦੈਟ ਅਲਕਾਈਲ ਲਾਈਟ ਹੈਵ ਅ ਹਾਇਰ ਮੋਲੀਕੂਲਰ ਮਾਸਿਸ ਦੈਨ ਦਾ ਕੋਰਸਪੋਂਡਿੰਗ ਐਲਕੀਨ ਐਂਡ ਆਲਸੋ ਪੋਲਰ ਇਨ ਨੇਚਰ। ਕਿਉਂਕਿ ਜਿਹੜਾ ਕਹਿੰਦੇ ਅਲਕਾਈਲ ਲਾਈਟਸ ਹੁੰਦੇ ਆ ਜਿਹੜੇ ਬਣਦੇ ਆ ਜਿੱਦੋਂ ਤੁਸੀਂ ਬਣਾ ਰਹੇ ਹੋ ਉਹਨਾਂ ਨਾਲ ਉਹਨਾਂ ਦਾ ਜਿਹੜਾ ਮੋਲੀਕੂਲਰ ਵੇਟ ਆ ਵੱਧ ਜਾਂਦਾ। ਕਿਵੇਂ ਮੈਂ ਦੱਸਦੀ CH4 ਕਾਰਬਨ ਦਾ 12 + 4 that is equal to 16। ठीक है CH3 ਹੁਣ ਆਪਾਂ CH3Cl ਸੋ 12 + 3 + ਕਲੋਰੀਨ ਦਾ ਕਿੰਨਾ ਹੋ ਜਾਏਗਾ 34 17 ਹੁੰਦਾ ਹੈ ਨਾ ਮੋਲੀਕੂਲਰ 34। ਤਾਂ ਦੇਖੋ ਕਿੱਥੇ 16 ਸੀਗਾ, ਕਿੱਥੇ ਇਹਨਾਂ ਦਾ ਮੋਲੀਕੂਲਰ weight ਕਿੰਨਾ ਬਗਾ 37 ਤੋਂ 49 50 ਦੇ ਆਸ-ਪਾਸ ਹੋ ਜਾਂਦਾ ਹੈ। ਠੀਕ ਹੈ ਦੈਟ ਮੀਨਸ ਕਿੰਨਾ ਫਰਕ 50 ਤੱਕ ਹੋ ਜਾਂਦਾ ਹੈ। ਦੈਟ ਮੀਨਸ ਕਿੰਨਾ ਫਰਕ ਆ ਗਿਆ। ਤਾਂ ਇਸ ਕਰਕੇ ਉਹਨਾਂ ਦਾ ਕੀ ਹੁੰਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੁੰਦਾ। Among alkyl light themselves are boiling point may be noted. For a given alkyl light, the boiling point of the haloalkane follow the order. Alkyl for a given alkyl group, ਜਿਹੜਾ boiling point ਆ ਉਹ RI, RBr, RCl, RI ਸਭ ਤੋਂ ਜ਼ਿਆਦਾ RBr ਦਾ ਉਸ ਤੋਂ ਘੱਟ, RCl ਦਾ ਉਸ ਤੋਂ ਘੱਟ। ਠੀਕ ਹੈ because the magnitude of intermolecular force decreases with the decrease in the size of the halogen atom. For the given halogen, अगर halogen की गल करिए with alkyl halide increase the number of size as the alkyl group. This can attribute increase the size which lead to the greater intermolecular interaction. For the isomeric alkyl halide, the boiling point decrease with branching. This is because branching of the chain decrease on surface area. Consequently, the intermolecular force of attraction become weaker. ठीक है जी। ਉਹ ਕਹਿੰਦੇ ਜਦੋਂ ਆਈਸੋਮੈਰਿਕ ਜਿਹਦੇ ਨਾਲ ਸਾਈਡ ਚੇਨਸ ਲੱਗੇ ਹੁੰਦੇ ਨੇ ਦਾ ਬੋਇਲਿੰਗ ਪੁਆਇੰਟ ਡਿਕਰੀਜ਼ ਵਿਦ ਬ੍ਰਾਂਚਿੰਗ। ਜਿਵੇਂ ਜ਼ਿਆਦਾ ਬ੍ਰਾਂਚਿੰਗ ਵੱਧਦੇ ਜਾਂਦੀ ਨਾ ਬੋਇਲਿੰਗ ਪੁਆਇੰਟ ਕਹਿੰਦਾ ਡਿਕਰੀਜ਼ ਹੁੰਦਾ ਜਾਂਦਾ। ਦਿਸ ਇਜ਼ ਬਿਕੋਜ਼ ਬ੍ਰਾਂਚਿੰਗ ਆਉਣ ਨਾਲ ਕੀ ਹੋ ਜਾਂਦਾ ਕਿ ਜਿਹੜਾ ਉਹਦਾ ਏਰੀਆ ਘੱਟ ਜਾਂਦਾ। ਕਿਤੇ ਨੰਬਰ ਆਫ ਕਿਤੇ ਇੱਕ ਚੇਨ 5 ਦੀ ਰਹਿ ਜਾਂਦੀ 5 ਦੀ ਹੁੰਦੀ ਹੈ। ਠੀਕ ਹੈ ਕਿੱਥੇ ਉਹ ਕਿਤੇ ਆਹ ਵਾਲੀ ਚੇਨ 1 2 3 4 ਹੈ। ਠੀਕ ਹੈ ਐਡੀ ਲੰਬੀ ਹੈ। ਉਸ ਤੋਂ ਬਾਅਦ 4 ਤੋਂ ਕੱਟ ਕੇ 3 ਦੀ ਰਹੇਗੀ। ਇਹ ਤੋਂ ਬਾਅਦ ਇੱਥੇ ਤਾਂ ਸਿਰਫ 2 ਦੀ 2 ਕਾਰਬਨ ਦੇ ਰਹਿਣਗੇ ਕਿ ਏਰੀਆ ਘਟਦਾ ਜਾਂਦਾ। ਏਰੀਆ ਘਟਣ ਦੇ ਨਾਲ ਬੋਇਲਿੰਗ ਪੁਆਇੰਟ ਵੀ ਕਿਆ ਹੁੰਦਾ ਘਟਦਾ ਜਾਂਦਾ। ਸੋਲਿਬਿਲਿਟੀ ਪੋਲਰ ਇਨ ਨੇਚਰ ਹੁੰਦੇ ਇਸ ਕਰਕੇ ਇਨਸੋਲੇਬਲ ਹੁੰਦੇ ਵਾਟਰ ਦੇ ਵਿੱਚ। ਠੀਕ ਹੈ ਕਿਉਂ ਹੁੰਦੇ ਨੇ ਕਿਉਂਕਿ ਅਲਕਾਈਲ ਹਾਈਡ ਹਾਈਡਰੋਜਨ ਬੌਂਡ ਬਣਦਾ ਹੈ। ਠੀਕ ਹੈ ਨਾ ਵਾਟਰ ਔਰ ਬ੍ਰੇਕ ਦਾ ਹਾਈਡਰੋਜਨ ਬੌਂਡ ਆਲਰੇਡੀ ਐਗਜ਼ਿਸਟ ਬਿਟਵੀਨ ਦਾ ਵਾਟਰ ਮੋਲੀਕੂਲ। ਠੀਕ ਹੈ ਜਿਹੜਾ ਵਾਟਰ ਦੇ ਵਿੱਚ ਹੁੰਦਾ ਵੀ ਉਹਨੂੰ ਵੀ ਤੋੜ ਦਿੰਦੇ ਆ। Density alkyl chloride are lighter than water, therefore bromide iodide are heavier and density begin to alkyl iodide, alkyl bromide and RCl. Will increase the size of alkyl group, the density goes on decreasing. The density decrease ਹੁੰਦੀ ਜਾਂਦੀ ਹੈ। Next video 'ਚ ਆਪਾਂ ਇਹਨਾਂ ਦੀ chemical properties ਦੇਖਾਂਗੇ। Thank you.